ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਇੱਕ ਲੇਖ ਛੋਟਾ ਜਿਹਾ ਲੇਖ ਪੜ੍ਹ ਕੇ ਸੁਣਾਵਾਂਗਾ ਜੋ ਕਿ ਇੱਕ ਕਿਤਾਬ ਵਿੱਚੋਂ ਹੈ। ਉਸ ਕਿਤਾਬ ਦਾ ਨਾਮ ਹੈ ਗੁਰੂ ਨਾਨਕ ਦਾ ਰਹੱਸਵਾਦ। ਉਹ ਕਿਤਾਬ ਰਾਮ ਸਿੰਘ ਜੀ ਨੇ ਲਿਖੀ ਹੈ ਅਤੇ ਇਹ ਕਿਤਾਬ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ 1974 ਦੀ ਹੈ। ਸੋ ਇਸ ਵਿੱਚ ਇੱਕ ਦੋ ਜੋ ਲੇਖ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ। ਤੁਹਾਨੂੰ 3-4 ਪੇਜ ਸੁਣਾਵਾਂਗਾ ਜਿਸ ਵਿੱਚ ਹੁਕਮ ਦੀ ਗੱਲ ਕੀਤੀ ਗਈ ਹੈ ਅਤੇ ਨਾਮ ਦੀ ਗੱਲ ਕੀਤੀ ਗਈ ਹੈ। ਹੁਕਮ ਸ਼ਬਦ ਗੁਰੂ ਨਾਨਕ ਸਾਹਿਬ ਨੇ ਬਹੁਤ ਵਰਤਿਆ ਹੈ। ਇਸ ਨੂੰ ਸੁਣ ਕੇ ਵਿਭਿੰਨ ਬਿਰਤੀਆਂ ਵਾਲੇ ਲੋਕਾਂ ਨੂੰ ਵੱਖ-ਵੱਖ ਖਿਆਲ ਫੁਰਦੇ ਹਨ। ਸਮਾਜਿਕ ਬਿਰਤੀਆਂ ਵਾਲੇ ਲੋਕ, ਕੁਝ ਲੋਕ ਇਸ ਦੇ ਅਰਥ ਕਰਨ ਵਾਲੇ ਲਫ਼ਜ਼ੀ ਅਰਥਾਂ ਤੋਂ ਬਹੁਤਾ ਦੂਰ ਨਹੀਂ ਜਾਂਦੇ। ਇਹ ਲਫ਼ਜ਼ ਸੁਣ ਕੇ ਉਹਨਾਂ ਨੂੰ ਹਾਕਮਾਂ ਦੇ ਜ਼ਬਰ ਜ਼ੁਲਮ ਯਾਦ ਆ ਜਾਂਦਾ ਹੈ। ਰਾਜਸੀ ਪ੍ਰਕਰਨ ਵਿੱਚ ਹਾਕਮ ਦੇ ਹੁਕਮ ਦਾ ਭਾਵ ਪ੍ਰਜਾ ਲਈ ਮਜਬੂਰੀ ਹੁੰਦਾ ਹੈ। ਲੋਕ ਹੱਕਾਂ ਦੇ ਯੁੱਗ ਵਿੱਚ ਇਹੋ ਜਿਹੇ ਹਾਕਮਾਂ ਤੇ ਉਹਨਾਂ ਦੇ ਹੁਕਮ ਨੂੰ ਪ੍ਰਸ਼ੰਸਾ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਜਿਹੜਾ ਰੱਬ ਮਨੁੱਖਾਂ ਉੱਤੇ ਆਪਣਾ ਹੁਕਮ ਜ਼ਬਰਦਸਤੀ ਲਾਗੂ ਕਰਦਾ ਹੈ, ਉਹ ਚਾਹੇ ਪਾਤਸ਼ਾਹ ਦੇ ਰੂਪਕ ਰਾਹੀਂ ਵਰਣਿਤ ਕੀਤਾ ਗਿਆ ਹੋਵੇ ਜਾਂ ਸ਼ਕਤੀਸ਼ਾਲੀ ਪਤੀ ਦੇ ਰੂਪਕ ਰਾਹੀਂ, ਅੱਜ ਕੱਲ੍ਹ ਦੇ ਸਮਾਜਿਕ ਜਾਂ ਜਮਹੂਰੀ ਬਿਰਤੀਆਂ ਵਾਲੇ ਪਾਠਕਾਂ ਨੂੰ ਖਿੱਚ ਨਹੀਂ ਪਾ ਸਕਦਾ। ਪਰ ਉਹ ਹੁਕਮ ਦੇ ਡੂੰਘੇ ਅਰਥ ਕਰਨ ਦੀ ਬਜਾਏ ਸਤੀ ਅਰਥ ਕਰਕੇ ਭੁਲੇਖਿਆਂ ਦਾ ਸ਼ਿਕਾਰ ਹੁੰਦੇ ਹਨ। ਜੇ ਉਹ ਹੁਕਮ ਦੇ ਅੰਦਰਲੇ ਅਰਥ ਸਮਝਣ ਦਾ ਯਤਨ ਕਰਨ ਤਾਂ ਉਹਨਾਂ ਦੇ ਸ਼ੰਕੇ ਦੂਰ ਹੋ ਸਕਦੇ ਹਨ। ਵਿਗਿਆਨਕ ਪਿਛੋਕੜ ਵਾਲੇ ਬਹੁਤੇ ਲੋਕ ਹੁਕਮ ਦੇ ਅਰਥ ਨਿਯਮ ਕਰਦੇ ਹਨ। ਵਿਗਿਆਨ ਅਨੁਸਾਰ ਸਾਰੀ ਸ੍ਰਿਸ਼ਟੀ ਅਟਲ ਕੁਦਰਤੀ ਨਿਯਮਾਂ ਅਧੀਨ ਚੱਲ ਰਹੀ ਹੈ। ਵਿਗਿਆਨੀ ਮੰਨਦੇ ਹਨ ਕਿ ਨਿਰੰਕਾਰ ਸ੍ਰਿਸ਼ਟੀ ਨੂੰ ਸਾਜ ਕੇ ਇਸ ਦਾ ਪ੍ਰਬੰਧ ਨਿਯਮਾਂ ਦੇ ਹਵਾਲੇ ਕਰ ਦਿੰਦਾ ਹੈ। ਭਾਵੇਂ ਵਿਅਕਤੀ ਇਹਨਾਂ ਨਿਯਮਾਂ ਦੇ ਵੀ ਪੂਰੀ ਤਰ੍ਹਾਂ ਅਧੀਨ ਹੈ, ਪਰ ਉਸ ਨੂੰ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨੀ ਆਪਣੇ ਵਰਗੇ ਕਿਸੇ ਹੋਰ ਮਨੁੱਖ ਦੇ ਕੀਤੇ ਹੁਕਮਾਂ ਦੀ ਪਾਲਣਾ ਨਾਲੋਂ ਸੌਖੀ ਲੱਗਦੀ ਹੈ। ਅਸਲ ਗੱਲ ਇਹ ਹੈ ਕਿ ਮਨੁੱਖ ਦੀ ਸੁਤੰਤਰਤਾ ਹੈ ਹੀ ਨਿਯਮਾਂ ਦੀ ਪਾਲਣਾ ਵਿੱਚ, ਪਰ ਕੁਦਰਤ ਦੇ ਨਿਯਮਾਂ ਤੇ ਨਿਰੰਕਾਰ ਦੇ ਨਿਯਮਾਂ ਨੂੰ ਇਸ ਪੱਖੋਂ ਨਿਖੇੜਿਆ ਜਾ ਸਕਦਾ ਹੈ। ਵਿਗਿਆਨ ਅਨੁਸਾਰ ਕੁਦਰਤੀ ਨਿਯਮ ਅਚੇਤ ਹਨ। ਇਹ ਨਿਯਮ ਜਾਣਦੇ ਨਹੀਂ ਕਿ ਇਹਨਾਂ ਅਧੀਨ ਕਿਸੇ ਜੀਵ ਨੂੰ ਦੁੱਖ ਹੋ ਰਿਹਾ ਹੈ ਜਾਂ ਸੁੱਖ। ਉਹ ਮਨੁੱਖੀ ਦੁੱਖ ਸੁੱਖ ਤੋਂ ਉੱਕਾ ਬੇਖਬਰ ਆਪਣੇ ਅਟਲ ਚੱਕਰ ਵਿੱਚ ਚੱਲ ਰਹੇ ਹਨ। ਕਈ ਵਾਰੀ ਅਜਿਹੇ ਨਿਯਮਾਂ ਨੂੰ ਅੰਨੇ ਨਿਯਮ ਵੀ ਕਿਹਾ ਜਾਂਦਾ ਹੈ, ਪਰ ਗੁਰਬਾਣੀ ਅਨੁਸਾਰ ਨਿਰੰਕਾਰ ਤੇ ਉਸ ਦਾ ਹੁਕਮ ਚੇਤਨ ਸ਼ਕਤੀਆਂ ਹਨ। ਤਿੱਥੈ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਵਿਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰਨਾ ਸਾਰ। ਹੁਕਮ ਬਿਸਮਾਦ ਹੁਕਮ ਪਛਾਣੈ, ਜੀ ਜੁਗਤ ਸੱਚ ਜਾਣੈ ਸੋਈ। ਵਿਗਿਆਨ ਅਨੁਸਾਰ ਕੁਦਰਤ ਉੱਤੇ ਨਿਯਮ ਹਾਵੀ ਹਨ, ਪਰ ਗੁਰਬਾਣੀ ਅਨੁਸਾਰ ਨਿਰੰਕਾਰ ਉੱਤੇ ਹੁਕਮ ਹਾਵੀ ਨਹੀਂ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਬੇਪਰਵਾਹ, ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਜਿਵ ਫੁਰਮਾਏ ਤਿਵ ਤਿਵ ਪਾਏ। ਨੈਤਿਕ ਬਿਰਤੀਆਂ ਵਾਲੇ ਗੁਰਬਾਣੀ ਦੇ ਪਾਠਕ ਹੁਕਮ ਦੇ ਅਰਥ ਰਾਜਸੀ ਪ੍ਰਕਰਨ ਦੇ ਨੇੜੇ ਰਹਿ ਕੇ ਕਰਦੇ ਹਨ, ਨਾ ਕਿ ਵਿਗਿਆਨ ਦੇ। ਉਹ ਹੁਕਮ ਨੂੰ ਵਿਅਕਤੀ ਦੇ ਅੰਦਰ ਲੈ ਆਉਂਦੇ ਹਨ। ਕੁਦਰਤ ਤੇ ਰਾਜਸੀ ਹਾਕਮ ਦੋਵੇਂ ਵਿਅਕਤੀਆਂ ਤੋਂ ਬਾਹਰ ਹਨ ਅਤੇ ਇਹਨਾਂ ਦਾ ਹੁਕਮ ਉਸ ਉੱਤੇ ਬਾਹਰੋਂ ਲਾਗੂ ਹੁੰਦਾ ਹੈ। ਨੈਤਿਕ ਲੋਕਾਂ ਲਈ ਹੁਕਮ ਅੰਦਰਲੀ ਆਵਾਜ਼, ਕੌਨਸ਼ੀਅਸਨੈਸ ਜਾਂ ਜ਼ਮੀਰ ਹੈ। ਇਸ ਨੂੰ ਕਈ ਆਤਮਾ ਦੀ ਆਵਾਜ਼ ਵੀ ਕਹਿੰਦੇ ਹਨ। ਆਵਾਜ਼ ਦੇ ਅਰਥ ਇੱਥੇ ਵੀ ਅਲੰਕਾਰੀਮਈ ਹਨ। ਜ਼ਮੀਰ ਕੋਈ ਕੰਨਾਂ ਨਾਲ ਸੁਣੇ ਜਾਣ ਵਾਲੀ ਆਵਾਜ਼ ਨਹੀਂ। ਬਹੁਤ ਵਾਰ ਇਸ ਨੂੰ ਅੰਦਰਲੀ ਰੋਸ਼ਨੀ ਵੀ ਕਿਹਾ ਜਾਂਦਾ ਹੈ। ਰੋਸ਼ਨੀ ਵੀ ਇੱਕ ਅਲੰਕਾਰ ਹੀ ਹੈ। ਦਰਅਸਲ ਜ਼ਮੀਰ ਨਾ ਆਵਾਜ਼ ਹੈ ਨਾ ਰੋਸ਼ਨੀ। ਇਹ ਨਾ ਕੰਨਾਂ ਨਾਲ ਸੁਣੀ ਜਾਂਦੀ ਹੈ ਨਾ ਅੱਖਾਂ ਨਾਲ ਦੇਖੀ। ਇਹ ਖਿਆਲ ਹੁੰਦੇ ਹਨ ਜੋ ਮਨੁੱਖ ਦੇ ਮਨ ਵਿੱਚ ਪ੍ਰਗਟ ਹੁੰਦੇ ਹਨ। ਜਦ ਚੋਰ ਪਰਾਏ ਘਰ ਦਾ ਜਿੰਦਰਾ ਭੰਨਦਾ ਹੈ ਤਾਂ ਉਸ ਦੀ ਜ਼ਮੀਰ ਵਰਜਦੀ ਹੈ। ਇਹ ਮਨਾਹੀ ਇਸ ਖਿਆਲ ਦੇ ਰੂਪ ਵਿੱਚ ਉਸ ਦੇ ਮਨ ਵਿੱਚ ਆਉਂਦੀ ਹੈ ਕਿ ਚੋਰੀ ਕਰਨਾ ਬੁਰਾ ਕੰਮ ਹੈ। ਇਹ ਖਿਆਲ ਕਿੱਥੋਂ ਆਉਂਦੇ ਹਨ?
ਸਮਾਜਿਕ ਬਿਰਤੀਆਂ ਵਾਲੇ ਲੋਕ ਜ਼ਮੀਰ ਦੀ ਵਿਆਖਿਆ ਸਮਾਜਿਕ ਪ੍ਰਭਾਵ ਦੇ ਰੂਪ ਵਿੱਚ ਕਰਦੇ ਹਨ। ਧਾਰਮਿਕ ਬਿਰਤੀਆਂ ਵਾਲੇ ਇਹ ਕਦਾਚਿਤ ਨਹੀਂ ਮੰਨਦੇ। ਉਹ ਦ੍ਰਿੜ ਹਨ ਕਿ ਇਹ ਆਵਾਜ਼ ਭਾਵੇਂ ਪ੍ਰਗਟ ਮਨੁੱਖ ਦੇ ਮਨ ਵਿੱਚ ਹੁੰਦੀ ਹੈ, ਪਰ ਆਉਂਦੀ ਇਹ ਮਨ ਤੋਂ ਕਿਸੇ ਉੱਪਰਲੇ ਤਬਕ ਵਿੱਚੋਂ ਹੈ। ਇਸ ਉੱਪਰਲੇ ਤਬਕ ਨੂੰ ਹੀ ਉਹ ਆਤਮਾ ਦਾ ਤਬਕ ਕਹਿੰਦੇ ਹਨ। ਆਤਮਾ ਦਾ ਨਿਰੰਕਾਰ ਨਾਲ ਸਿੱਧਾ ਸੰਬੰਧ ਹੈ, ਇਸ ਲਈ ਆਤਮਾ ਦੀ ਆਵਾਜ਼ ਨਿਰੰਕਾਰ ਦਾ ਹੀ ਹੁਕਮ ਹੈ। ਸੋ ਹੁਕਮ ਦੇ ਅਰਥ ਅੰਦਰਲੀ ਆਵਾਜ਼ ਹਨ। ਇਸ ਰੂਪ ਵਿੱਚ ਹੁਕਮ ਨੂੰ ਅਵਸ਼ ਚੇਤਨ ਮੰਨਣਾ ਪੈਂਦਾ ਹੈ, ਕਿਉਂਕਿ ਖਿਆਲਾਂ ਦਾ ਸੰਬੰਧ ਚੇਤਨਾ ਨਾਲ ਹੈ। ਗੁਰਬਾਣੀ ਵਿੱਚ ਇੱਕ ਤਾਂ ਆਤਮਾ ਦੀ ਆਵਾਜ਼ ਨੂੰ ਦਿਲ ਦੇ ਮਾਲਕ ਦੀ ਹਾਕ ਕਹਿ ਕੇ ਇਸ ਦਾ ਦਰਜਾ ਧਾਰਮਿਕ ਗ੍ਰੰਥਾਂ ਦੇ ਤੁਲ ਕਰਾਰ ਦਿੱਤਾ ਹੈ। ਦਿਲ ਕਾ ਮਾਲਕ ਕਰੇ ਹਾਕ, ਕੁਰਾਨ ਕਤੇਰ ਤੇ ਪਾਕ। ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਹੁਕਮ ਦੇ ਅਰਥ ਜ਼ਮੀਰ ਸਨ, ਜਾਂ ਕੁਦਰਤੀ ਨਿਯਮ, ਜਾਂ ਰਾਜਸੀ ਫਤਵਾ। ਇਸ ਬਾਰੇ ਨਿਸ਼ਚੇ ਨਾਲ ਕੁਝ ਕਹਿਣਾ ਮੁਸ਼ਕਲ ਹੈ। ਉਹਨਾਂ ਦਾ ਨਿਰੰਕਾਰ ਜਾਂ ਉਸ ਦੇ ਹੁਕਮ ਬਾਰੇ ਜੋ ਵੀ ਅਨੁਭਵ ਸੀ, ਉਸ ਨੂੰ ਉਹਨਾਂ ਨੇ ਰੂਪਕਾਂ ਵਿੱਚ ਲਪੇਟ ਕੇ ਵਿਅਕਤ ਕੀਤਾ ਹੈ। ਇਹਨਾਂ ਦੀ ਵਿਆਖਿਆ ਕਰਨ ਵਾਲੇ ਹਰ ਪਾਠਕ ਆਪਣੇ ਨਿੱਜੀ ਪਿਛੋਕੜ ਨੂੰ ਤਰਜੀਹ ਦਿੰਦਾ ਹੈ। ਗੁਰੂ ਨਾਨਕ ਦਾ ਰਹੱਸਵਾਦ ਬਾਰੇ ਅਸੀਂ ਜੋ ਸੰਕਲਪ ਬਣਾਉਂਦੇ ਹਾਂ, ਇਸ ਦਾ ਆਧਾਰ ਇਹ ਹੈ ਕਿ ਅਸੀਂ ਉਹਨਾਂ ਦੇ ਰੂਪਕਾਂ ਨੂੰ ਕੀ ਅਰਥ ਦਿੰਦੇ ਹਾਂ। ਉੱਪਰਲੇ ਅਰਥਾਂ ਵਿੱਚ ਕਿਹੜਾ ਗੁਰੂ ਸਾਹਿਬ ਦੇ ਆਪਣੇ ਅਨੁਭਵ ਦੇ ਨੇੜੇ ਹੈ, ਇਸ ਦਾ ਨਿਰਣਾ ਉਹਨਾਂ ਵਰਗਾ ਕੋਈ ਰੂਹਾਨੀ ਜੀਵਨ ਵਾਲਾ ਪਾਠਕ ਹੀ ਕਰ ਸਕਦਾ ਹੈ। ਗੁਰਬਾਣੀ ਦੀ ਜਿੰਨੀ ਕੁ ਸਮਝ ਬੁੱਧੀ ਨੂੰ ਆ ਸਕਦੀ ਹੈ, ਉਸ ਨਾਲ ਕੁਝ ਅੱਟੇ ਸੱਟੇ ਹੀ ਲਾਏ ਜਾ ਸਕਦੇ ਹਨ। ਬੌਧਿਕ ਵਿਆਖਿਆ ਦਾ ਧਰਮ ਤਾਂ ਇਹੀ ਹੈ ਕਿ ਇਹ ਗੁਰਬਾਣੀ ਦੇ ਵੱਖ-ਵੱਖ ਭਾਗਾਂ ਵਿੱਚ ਆਏ ਅਰਥਾਂ ਨੂੰ ਇੱਕ ਸੁਰ ਕਰਨ ਦਾ ਯਤਨ ਕਰੇ। ਜਿੰਨਾ ਹੁਕਮ ਦਾ ਸੰਕਲਪ ਸਪਸ਼ਟ ਹੋਵੇਗਾ, ਉਨਾ ਦੈਵੀ ਹੁਕਮ ਦਾ ਸੰਕਲਪ ਵੀ ਸਾਫ਼ ਹੋਵੇਗਾ, ਅਤੇ ਉਨਾ ਹੀ ਉਸ ਹਾਕਮ ਤੇ ਮਨੁੱਖ ਦਾ ਸੰਬੰਧ ਅਰਥਾਤ ਰਹੱਸਵਾਦ ਦਾ ਵੀ। ਹੁਕਮ ਦੇ ਜੋ ਅਰਥ ਵੀ ਅਸੀਂ ਕਰੀਏ, ਇਸ ਨੂੰ ਮੰਨਣਾ ਸੱਚਿਆਰ ਬਣਨ ਦੀ ਨਿਸ਼ਚਿਤ ਵਿਧੀ ਹੈ। ਸੱਚ ਉਦੇਸ਼ ਹੈ ਤੇ ਹੁਕਮ ਸਾਧਨ। ਹੁਕਮੇ ਆਵੇ ਹੁਕਮੇ ਜਾਵੇ, ਬੂਝੈ ਹੁਕਮ ਸੋ ਸਾਸ ਸਮਾਵੇ। ਪਰ ਗੁਰਬਾਣੀ ਵਿੱਚ ਸੱਚ ਦੀ ਪ੍ਰਾਪਤੀ ਲਈ ਜਿਸ ਵਿਧੀ ਉੱਤੇ ਹੁਕਮ ਤੋਂ ਵੀ ਵੱਧ ਜ਼ੋਰ ਦਿੱਤਾ ਗਿਆ ਹੈ, ਉਹ ਹੈ ਨਾਮ। ਨਾਮ ਜਪਣ ਨਾਲ ਜੀਵਨ ਦੇ ਸਭ ਲਕਸ਼ ਪ੍ਰਾਪਤ ਹੁੰਦੇ ਹਨ। ਜਾਪਦਾ ਹੈ ਗੁਰਮਤਿ ਅਨੁਸਾਰ ਹੁਕਮ ਦਾ ਜੀਵਨ ਜਿਉਣ ਲਈ ਪਹਿਲੋਂ ਨਾਮ ਜਪਣਾ ਲਾਜ਼ਮੀ ਹੈ। ਕੋਈ ਮਨੁੱਖ ਨਾਮ ਜਪੇ ਬਿਨਾਂ ਹੁਕਮ ਦੀ ਕਾਰ ਨਹੀਂ ਕਰ ਸਕਦਾ, ਨਾ ਸੱਚਿਆਰਾ ਬਣਦਾ ਹੈ। ਨਾਮ ਜਪਣ ਦਾ ਮਤਲਬ ਹੈ ਨਿਰੰਕਾਰ ਦੇ ਗੁਣਾਂ ਉੱਤੇ ਧਿਆਨ ਜੋੜਨਾ। ਧਾਰਮਿਕ ਨੇਤਾ ਦੱਸਦੇ ਹਨ ਕਿ ਜਿਸ ਗੁਣ ਉੱਤੇ ਮਨ ਸੌਖਾ ਮੰਨੇ, ਉਸ ਉੱਤੇ ਧਿਆਨ ਜੋੜਨਾ ਚਾਹੀਦਾ ਹੈ। ਧਿਆਨ ਜੋੜਨ ਦਾ ਇੱਕ ਲਾਭ ਹੈ ਮਨ ਨੂੰ ਇਕਾਗਰ ਕਰਨ ਵਿੱਚ ਸਫਲਤਾ। ਮਨ ਦਾ ਸੁਭਾਅ ਹੈ ਖਿੰਡਣਾ। ਇਸ ਨੂੰ ਇਕਾਗਰ ਕਰਨ ਲਈ ਜ਼ੋਰ ਲਾਉਣਾ ਪੈਂਦਾ ਹੈ। ਜਦ ਮਨ ਆਪਣੇ ਚੁਣੇ ਹੋਏ ਨਿਰੰਕਾਰ ਦੇ ਗੁਣ ਨੂੰ ਭੁੱਲ ਕੇ ਸੰਸਾਰੀ ਖਿਆਲਾਂ ਵੱਲ ਜਾਏ, ਤਾਂ ਇਸ ਨੂੰ ਰੋਕ ਕੇ ਮੁੜ ਉਸੇ ਗੁਣ ਵੱਲ ਲਿਆਉਣ ਦਾ ਯਤਨ ਕੀਤਾ ਜਾਂਦਾ ਹੈ। ਸਾਧਕ ਦ੍ਰਿੜ ਇਰਾਦੇ ਵਰਤ ਕੇ ਪੂਰਾ ਜ਼ੋਰ ਲਾ ਕੇ ਆਚਰਣ ਦੀਆਂ ਗੁੱਝੀਆਂ ਸ਼ਕਤੀਆਂ ਹਰਕਤ ਵਿੱਚ ਲਿਆ ਕੇ ਮਨ ਨੂੰ ਦੈਵੀ ਗੁਣਾਂ ਉੱਤੇ ਕੇਂਦਰਿਤ ਕਰਦਾ ਹੈ। ਨਾਮ ਜਪਣ ਵਾਲੇ ਦੀ ਇਰਾਦਾ ਸ਼ਕਤੀ ਬਹੁਤ ਬਲਵਾਨ ਹੁੰਦੀ ਹੈ। ਜਦ ਉਸ ਦਾ ਅਭਿਆਸ ਪੱਕ ਜਾਂਦਾ ਹੈ, ਤਾਂ ਸੰਸਾਰੀ ਝਮੇਲੇ ਉਸ ਦਾ ਖਹਿੜਾ ਛੱਡ ਦਿੰਦੇ ਹਨ ਅਤੇ ਦੈਵੀ ਗੁਣ ਵਿੱਚ ਮਗਨ ਹੋਣਾ ਸਿੱਖ ਜਾਂਦਾ ਹੈ। ਜਿਹੜਾ ਨਿਰੰਕਾਰੀ ਗੁਣ ਪਹਿਲੋਂ ਇੱਕ ਲਫ਼ਜ਼ ਜਾਂ ਖਿਆਲ ਮਾਤਰ ਸੀ, ਹੁਣ ਜਿਉਂਦਾ ਅਨੁਭਵ ਬਣਨ ਲੱਗ ਪੈਂਦਾ ਹੈ। ਇਕਾਗਰ ਮਨ ਨਿਰੰਕਾਰੀ ਗੁਣਾਂ ਨੂੰ ਕਿਸ ਤਰ੍ਹਾਂ ਪ੍ਰਤੀਤ ਕਰਦਾ ਹੈ, ਇਸ ਦਾ ਅੰਦਾਜ਼ਾ ਖਿੰਡੇ ਹੋਏ ਮਨਾਂ ਵਾਲੇ ਲਾ ਹੀ ਨਹੀਂ ਸਕਦੇ। ਕਿਹਾ ਜਾਂਦਾ ਹੈ ਕਿ ਇਕਾਗਰ ਮਨ ਦੇ ਅੰਦਰੋਂ ਹੀ ਨਵਾਂ ਗਿਆਨ ਉਦੇ ਹੁੰਦਾ ਹੈ। ਇਹ ਇੰਦਰੀਆਂ ਦੀ ਸਹਾਇਤਾ ਨਾਲ ਪ੍ਰਾਪਤ ਹੋਏ ਗਿਆਨ ਤੋਂ ਜਾਂ ਅਜਿਹੇ ਗਿਆਨ ਨੂੰ ਜੋਖ ਪਰਖ ਕੇ ਨਿਸ਼ਚਿਤ ਕੀਤੇ ਵਿਗਿਆਨਿਕ ਸਿਧਾਂਤਾਂ ਤੋਂ ਬਹੁਤ ਵੱਖਰੀ ਭਾਂਤ ਦਾ ਗਿਆਨ ਹੁੰਦਾ ਹੈ। ਇਸ ਗਿਆਨ ਦੇ ਉਪਜਣ ਨਾਲ ਕਈ ਮਨੋਭਾਵ ਵੀ ਜਾਗਦੇ ਹਨ। ਮਨੋਭਾਵ ਨਾਮ ਦੇ ਅਭਿਆਸ ਵਿੱਚ ਰਸ ਭਰਦੇ ਹਨ ਅਤੇ ਸਾਧਕ ਦੀ ਮਗਨਤਾ ਵਧਾਉਣ ਵਿੱਚ ਸਹਾਈ ਹੁੰਦੇ ਹਨ। ਮਨ ਇੱਕ ਗੁਣ ਉੱਤੇ ਜੁੜਨਾ ਸਿੱਖ ਜਾਏ ਤਾਂ ਦੂਜਾ ਗੁਣ ਖਿੱਚ ਪਾਉਣ ਲੱਗ ਪੈਂਦਾ ਹੈ ਤੇ ਇਸੇ ਤਰ੍ਹਾਂ ਸਾਧਕ ਅਨੇਕਾਂ ਗੁਣਾਂ ਦਾ ਅਨੁਭਵ ਕਰਦਾ ਹੈ।
ਆਤਮਿਕ ਵਿਕਾਸ ਕਾਫੀ ਲੰਮੀ ਪ੍ਰਕਿਰਿਆ ਹੈ, ਜਿਸ ਵਿੱਚ ਸੰਪੂਰਨ ਸਫਲਤਾ ਕਿਸੇ ਟਾਵੇਂ ਨੂੰ ਪ੍ਰਾਪਤ ਹੁੰਦੀ ਹੈ। ਇਸ ਵਿਕਾਸ ਦੇ ਦੌਰਾਨ ਕਿਸੇ ਇੱਕ ਸਾਧਕ ਦੇ ਅਨੁਭਵ ਵਿੱਚ ਕਿਹੜੇ ਗੁਣ ਆਉਣਗੇ, ਇਸ ਬਾਰੇ ਤਾਂ ਕੋਈ ਅਨੁਮਾਨ ਨਹੀਂ ਲਗਾ ਸਕਦਾ। ਪਰ ਬਹੁਤੇ ਰਹੱਸਵਾਦੀਆਂ ਦੀਆਂ ਜੀਵਨੀਆਂ ਨੂੰ ਵਾਚਣ ਤੋਂ ਪਤਾ ਲੱਗਦਾ ਹੈ ਕਿ ਕੁਝ ਵਿਸ਼ੇਸ਼ ਗੁਣ ਬਾਰੇ ਬਾਰ-ਬਾਰ ਸਾਹਮਣੇ ਆਉਂਦੇ ਹਨ, ਤੇ ਉਹ ਵੀ ਇੱਕ ਵਿਸ਼ੇਸ਼ ਕ੍ਰਮ ਵਿੱਚ। ਹੇਠਾਂ ਉਹਨਾਂ ਦਾ ਕੁਝ ਬਿਊਰਾ ਦਿੱਤਾ ਜਾਂਦਾ ਹੈ। ਗੁਰਮਤਿ ਅਨੁਸਾਰ ਸਿੱਖ ਦਾ ਨਾਮ ਜਪਣ ਦਾ ਮੁੱਢ ਗੁਰਬਾਣੀ ਦੇ ਅਭਿਆਸ ਤੋਂ ਹੁੰਦਾ ਹੈ। ਸਿੱਖ ਮਾਪੇ ਬੱਚਿਆਂ ਨੂੰ ਜਪਜੀ ਦਾ ਪਾਠ ਕਰਾਉਣਾ ਸਿਖਾਉਂਦੇ ਹਨ। ਵਿੱਦਿਆ ਪ੍ਰਾਪਤੀ ਦੇ ਸਮੇਂ ਉਹਨਾਂ ਨੂੰ ਇਸ ਬਾਣੀ ਤੇ ਹੋਰ ਬਾਣੀਆਂ ਦੇ ਅਰਥਾਂ ਦਾ ਬੋਧ ਕਰਾਇਆ ਜਾਂਦਾ ਹੈ। ਹਰ ਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਜਾਣ ਦਾ ਹੁਕਮ ਹੈ, ਜਿੱਥੇ ਇਹ ਕਥਾ ਕੀਰਤਨ ਸੁਣਦਾ ਹੈ। ਵਾਪਸ ਆ ਕੇ ਕਿਰਤ ਵਿਰਤ ਕਰਦਿਆਂ ਉਸ ਨੂੰ ਸਿਮਰਨ ਕਰਨ ਦਾ ਉਪਦੇਸ਼ ਹੈ। ਜੇ ਗੁਰਬਾਣੀ ਦੇ ਵਿਚਾਰ ਤੇ ਸਿਮਰਨ ਦਾ ਅਭਿਆਸ ਸੱਚੇ ਦਿਲ ਨਾਲ ਕੀਤਾ ਜਾਏ ਤਾਂ ਸਿੱਖ ਦੀ ਕਿਰਤ ਵਿਰਤ ਉੱਤੇ ਇਸ ਦਾ ਅਸਰ ਪੈਣਾ ਆਵਸ਼ਕ ਹੈ। ਸਿੱਖ ਸ਼ਬਦਾਵਲੀ ਅਨੁਸਾਰ ਇਹ ਕਿਰਤ ਵਿਰਤ ਧਰਮ ਦੀ ਹੋ ਜਾਏਗੀ। ਇਸ ਨੂੰ ਆਮ ਪੰਜਾਬੀ ਮੁਹਾਵਰੇ ਵਿੱਚ ਦਸਾਂ ਨਹੁੰਆਂ ਦੀ ਕਮਾਈ ਵੀ ਕਿਹਾ ਜਾਂਦਾ ਹੈ। ਦਸਾਂ ਨਹੁੰਆਂ ਦੀ ਕਮਾਈ ਦਾ ਅਰਥ ਕੇਵਲ ਦਸਤਕਾਰੀ ਜਾਂ ਹੱਥੀਂ ਕਰਨ ਵਾਲਾ ਕੰਮ ਹੀ ਨਹੀਂ, ਕੋਈ ਕੰਮ ਜਿਹੜਾ ਇਮਾਨਦਾਰੀ ਨਾਲ ਕੀਤਾ ਜਾਏ ਧਰਮ ਅਥਵਾ ਦਸਾਂ ਨਹੁੰਆਂ ਦੀ ਕਮਾਈ ਹੁੰਦਾ ਹੈ। ਸੋ ਇੰਨੀ ਹੀ ਸੇਵਾ ਪ੍ਰਵਾਨ ਕਰਨੀ। ਇਸ ਵਿੱਚ ਧਰਮ, ਹੁਕਮ ਤੇ ਨਾਮ ਬਾਰੇ ਸੰਖੇਪ ਜਿਹਾ ਜੋ ਦੱਸਿਆ ਹੈ, ਮੈਨੂੰ ਉਮੀਦ ਹੈ ਤੁਸੀਂ ਵੀ ਇਸ ਤੋਂ ਕੁਝ ਸਿੱਖਿਆ ਹੋਏਗਾ। ਸੋ ਧੰਨਵਾਦ। ਅੱਗੇ ਤੋਂ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਕਿਤਾਬਾਂ ਤੋਂ ਕੁਝ ਆਪ ਜੀ ਅੱਗੇ ਪੇਸ਼ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।